ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਤੁਹਾਡਾ ਮੇਰਾ ਸਾਥ ਹੁੰਦਾ ਹੈ ਮੰਡੇ ਟੂ ਫਰਾਈਡੇ ਸਵੇਰੇ 8 ਤੋਂ ਲੈ ਕੇ 9 ਵਜੇ ਤੱਕ, ਮੰਡੇ ਟੂ ਥਰਸਡੇ ਰਾਤ ਨੂੰ 10 ਤੋਂ ਲੈ ਕੇ 11 ਵਜੇ ਤੱਕ, ਅਤੇ ਸ਼ਨੀਵਾਰ ਨੂੰ 2 ਵਾਰੀ ਸਾਂਝ ਪਾਉਂਦੇ ਹਾਂ, ਦੁਪਹਿਰ 2 ਤੋਂ ਲੈ ਕੇ 3 ਵਜੇ ਤੱਕ ਅਤੇ ਰਾਤ 8 ਤੋਂ ਲੈ ਕੇ 9 ਵਜੇ ਤੱਕ। ਉਸ ਤੋਂ ਇਲਾਵਾ ਵਿਜ਼ਨ ਟੀਵੀ ਦੇ ਉੱਤੇ ਹਰ ਸ਼ਨੀਵਾਰ ਨੂੰ 1 ਤੋਂ ਲੈ ਕੇ 1:30 ਵਜੇ ਤੱਕ ਕੋਈ ਨਾ ਕੋਈ ਅਹਿਮ ਮੁੱਦੇ ਉੱਤੇ ਵੱਖਰੇ ਪਰਸਪੈਕਟਿਵਸ ਪੇਸ਼ ਕਰਦੇ ਹਾਂ। ਅੱਜ ਦੇ ਸੈਗਮੈਂਟ 'ਚ ਆਓ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਗਿਆਨੀ ਸਵਰਨ ਸਿੰਘ ਜੀ ਨਾਲ। ਇਹ ਪੰਥ ਦੀ ਇੱਕ ਪ੍ਰਸਿੱਧ ਸ਼ਖਸੀਅਤ ਹਨ ਅਤੇ ਸਿੱਖੀ ਦਾ ਪ੍ਰਚਾਰ ਇਹ ਪੂਰੀ ਦੁਨੀਆ ਭਰ ਵਿੱਚ ਜਾ ਕੇ ਕਰਦੇ ਹਨ। ਵਾਟ ਸ਼ੁੱਡ ਬੀ ਦ ਰੋਲ ਆਫ ਰਿਲੀਜਨ ਇਨ ਆਰ ਡੇਲੀ ਲਾਈਫ? ਕੀ ਰਿਲੀਜਨ ਨੂੰ ਅਸੀਂ ਸਿਰਫ ਸਮੇਟ ਦੇਣਾ ਹੈ ਗੁਰਦੁਆਰਿਆਂ ਮੰਦਿਰਾਂ ਤੱਕ ਹੀ, ਜਾਂ ਇਸ ਨੂੰ ਆਪਣੇ ਜੀਵਨ ਵਿੱਚ ਰੋਜ਼ਮਰਾ ਜ਼ਿੰਦਗੀ ਵਿੱਚ ਗ੍ਰਹਿਣ ਕਰਨਾ ਹੈ? ਆਓ ਇसी ਸੰਬੰਧ ਵਿੱਚ ਜਾਣਕਾਰੀ ਲੈਣੇ ਗਿਆਨੀ ਸਵਰਨ ਸਿੰਘ ਜੀ ਤੋਂ। ਜੀ ਆਨੰਦ ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਜਦੋਂ ਰਿਲੀਜਨ ਦੀ ਗੱਲ ਕਰਨੇ ਜੀ, ਰਿਲੀਜਨ ਦਾ ਇੱਕ ਅਸੀਂ ਆਪਣੇ ਮਨ ਦੇ ਵਿੱਚ ਇੱਕ ਆਈਡੀਆ ਬਣਾ ਕੇ ਬੈਠੇ ਹੋਏ ਹਾਂ। ਗੁਰਦੁਆਰੇ ਗਏ, ਕੁਛ ਦੇਰ ਲਈ ਬੈਠੇ, ਉੱਥੇ ਪ੍ਰੇਅਰਸ ਕੀਤੀਆਂ, ਚਰਚ ਗਏ, ਕੁਝ ਦੇਰ ਲਈ ਬੈਠੇ, ਇੱਕ ਦਿਨ ਮੁਕਰਰ ਕਰ ਲਿਆ, ਵਾਪਸ ਆਏ ਅਤੇ ਆਪਣੇ ਰੋਜ਼ਮਰਾ ਜ਼ਿੰਦਗੀ 'ਚ ਲੱਗ ਗਏ। ਪਰ ਉਹ ਧਾਰਮਿਕ ਜਿਹੜੀ ਸੋਚ ਹੈ ਉਸ ਨੂੰ ਅਸੀਂ ਆਪਣੇ ਜੀਵਨ ਵਿੱਚ ਗ੍ਰਹਿਣ ਸ਼ਾਇਦ ਨਹੀਂ ਕਰਦੇ। ਸੋ ਵਾਟ ਸ਼ੁੱਡ ਬੀ ਦ ਰੋਲ ਆਫ ਰਿਲੀਜਨ ਇਨ ਆਰ ਡੇਲੀ ਲਾਈਫ ਬੇਸਿਕਲੀ? ਹਰਪ੍ਰੀਤ ਸਿੰਘ ਜੀ, ਮੈਂ ਜਦੋਂ ਲਾਈਫ ਜਿਹੜੀ ਨਾ ਮੇਰੀ ਆਪਣੀ ਆ, ਇਹ ਸਟੈਪ ਬਾਈ ਸਟੈਪ ਚੱਲੀ ਆ ਜੀ। ਔਰ ਮੈਨੂੰ ਇਸ ਧਰਮ ਦੇ ਵਿੱਚ ਆਉਣ ਦਾ ਇੱਕ ਚਾਂਸ ਮਿਲਿਆ ਕਿ ਵਾਈ ਆਈ ਸ਼ੁੱਡ ਬਿਕਮ ਏ ਸਿੱਖ, ਕਿਉਂਕਿ ਓਰੀਜਨਲੀ ਜੈਨੇਟਿਕਲੀ ਅਸੀਂ ਸਿੱਖ ਨਹੀਂ ਸੀਗੇ। ਠੀਕ। ਅੱਛਾ, ਉਹਦੇ ਵਿੱਚ ਜਦੋਂ ਧਾਰਮਿਕ ਤੌਰ 'ਤੇ ਜਿਹੜਾ ਜੀਵਨ ਬਤੀਤ ਕਰਨਾ ਜਿਹੜਾ ਮੇਰੇ ਦਿਮਾਗ ਵਿੱਚ ਆਇਆ ਸੀ, ਜਿਹੜਾ ਬਹੁਤੇ ਦੇ ਦਿਮਾਗ ਵਿੱਚ ਇਹ ਆ ਜੀ ਕਿ ਤੁਸੀਂ ਪੂਜਾ ਪਾਠ ਕਰ ਲਓ, ਠੀਕ, ਰੱਬ ਨੂੰ ਖੁਸ਼ ਕਰ ਲਓ, ਤੇ ਗੁਰਦੁਆਰੇ ਚਲ ਜਾਓ, ਮੰਦਿਰ ਚਲ ਜਾਓ, ਮਸਜਿਦ ਚਲੇ ਜਾਓ, ਗਿਰਜੇ ਚਲੇ ਜਾਓ, ਤੇ ਤੁਸੀਂ ਖੁਦਾ ਨੂੰ ਘੜੀ ਲਈ ਉਹਨੂੰ ਪੂਜਾ ਪਾਠ ਕਰ ਲਈ ਤੇ ਆਪਣੀਆਂ ਦੁਨਿਆਵੀ ਲੋੜਾਂ ਪੂਰੀਆਂ ਕੀਤੀਆਂ ਜੀ। ਇਹ ਇੱਕ ਆਮ ਮਨੁੱਖਾਂ ਦਾ ਜਿਹੜਾ ਆਦਰਸ਼ ਹੈਗਾ, ਰਾਈਟ, ਇੱਥੇ ਤੱਕ ਹੀ ਜੀ। ਤੇ ਇਸ ਮਾਹੌਲ ਵਿੱਚ ਮੇਰੀ ਜ਼ਿੰਦਗੀ ਵੀ ਬਣੀ ਆ, ਕਿਉਂਕਿ ਮੈਂ ਕੋਈ ਵੱਖਰਾ ਤਾਂ ਨਹੀਂ ਸੀ, ਆਈ ਵਾਸ ਵਿਦਨ ਦੈਟ ਕਮਿਊਨਿਟੀ। ਠੀਕ। ਤੇ ਉਹਦੇ ਹਿਸਾਬ ਦੇ ਨਾਲ ਮੇਰੀ ਸੋਚ ਜਿਹੜੀ ਸੀ ਇੱਦਾਂ ਹੀ ਸੋਚਦੀ ਰਹੀ ਕਿ ਰੱਬ ਸਿਰਫ ਇੱਥੇ ਤੱਕ ਹੀ ਸੀਮਤ ਆ ਕਿ ਆਪਣੀਆਂ ਦੁਨਿਆਵੀ ਲੋੜਾਂ ਲਈ। ਠੀਕ। ਤੇ ਉਹਦੇ ਵਾਸਤੇ ਮੱਥਾ ਟੇਕੋ, ਤੁਸੀਂ ਸੁੱਖ ਨਾਲ ਸੁੱਖ ਲਓ, ਤੇ ਉਹਦੇ ਹਿਸਾਬ ਦੇ ਨਾਲ ਜਿੱਦਾਂ ਆਮ ਪਰਿਵਾਰ ਆਮ ਜੋ ਚੱਲਦਾ ਹੈਗਾ, ਰਾਈਟ। ਤੇ ਰਿਲੀਜਨ ਦਾ ਮੈਨੂੰ ਇਹ ਤੋਂ ਵੱਧ ਹੋਰ ਕੋਈ ਗਿਆਨ ਨਹੀਂ ਸੀ ਜੀ। ਤੇ ਉਹਦੇ ਵਿੱਚ ਕੀ ਹੋਇਆ ਕਿ ਜਦੋਂ ਮੈਂ ਅੰਮ੍ਰਿਤ ਛਕ ਲਿਆ ਜੀ, ਕਿਉਂਕਿ ਅੰਮ੍ਰਿਤ ਛਕਣਾ ਜਿਹੜਾ ਸਿੱਖ ਲਈ ਇੱਕ ਇਸ ਢੰਗ ਦੇ ਨਾਲ ਹੁਣ ਬਣਿਆ ਆ ਕਿ ਜਿਸ ਤਰ੍ਹਾਂ ਅੰਮ੍ਰਿਤ ਛਕਣਾ ਬੜਾ ਜ਼ਰੂਰੀ ਆ ਜੀ। ਅੱਛਾ, ਉਹਦੇ ਹਿਸਾਬ ਦੇ ਨਾਲ ਅੰਮ੍ਰਿਤ ਵੀ ਛਕ ਲਿਆ। ਹੁਣ ਅੰਮ੍ਰਿਤ ਛਕਣ ਤੋਂ ਬਾਅਦ ਮੇਰੀ ਜਿਹੜੀ ਜ਼ਿੰਦਗੀ ਸੀ ਉਹ ਸੋਚਾਂ 'ਚ ਪੈ ਗਈ ਜੀ, ਡੂੰਘੀਆਂ ਸੋਚਾਂ 'ਚ, ਕਿਉਂਕਿ ਮੈਂ ਇਸ ਤਰ੍ਹਾਂ ਅੰਮ੍ਰਿਤ ਨਹੀਂ ਛਕਿਆ, ਫਿਰ ਜਦੋਂ ਛਕ ਲਿਆ ਤਾਂ ਮੇਰਾ ਕੰਮ ਪੂਰਾ ਹੋ ਗਿਆ। ਰਾਈਟ। ਆਮ ਤੌਰ ਤੇ ਇਹ ਸੋਚ ਬਣਦੀ ਆ, ਇੱਕ ਜਰਨੀ ਨਵੀਂ ਸ਼ੁਰੂ ਹੋਈ ਤੁਹਾਡੀ ਜਿਹੜੀ ਹੈਗੀ ਅੰਮ੍ਰਿਤ ਛਕਣ ਤੋਂ ਬਾਅਦ। ਅੰਮ੍ਰਿਤ ਛਕਣ ਤੋਂ ਬਾਅਦ ਚਾਅ ਬੜਾ ਸੀ, 2-4 ਮਹੀਨੇ ਰਿਹਾ ਜੀ, ਪਰ ਫਿਰ ਉਦਾਸੀ ਹੋਣੀ ਸ਼ੁਰੂ ਹੋ ਗਈ। ਕਿਉਂਕਿ ਉਦਾਸੀ ਤਾਂ ਸ਼ੁਰੂ ਹੋਣੀ ਹੋ ਗਈ ਕਿ ਮੈਂ ਸਮਝਿਆ ਕਿ ਸ਼ਾਇਦ ਇਹੀ ਹੱਦ ਹੈ। ਰਾਈਟ। ਔਰ ਬਹੁਤੇ ਲੋਕ ਇਸ ਤਰ੍ਹਾਂ ਹੀ ਸਮਝਦੇ ਆ ਸੀ ਜੀ। ਅੱਛਾ, ਤੇ ਫਿਰ ਕੀ ਹੋਇਆ ਕਿ ਉਹ ਤੋਂ ਬਾਅਦ ਫਿਰ ਤੁਹਾਨੂੰ ਪਤਾ ਕਿ ਜਿਹੜੀ ਜਵਾਨੀ ਆ ਜੀ, ਇਹ ਤਾਂ ਹਰ ਇੱਕ ਮਨੁੱਖ ਦੇ ਅੰਦਰ ਤਬਦੀਲੀ ਆਉਂਦੀ ਆ, ਮੈਂਟਲੀ ਐਂਡ ਫਿਜ਼ੀਕਲੀ ਜੀ। ਉਹਦੇ ਵਿੱਚ ਜਿਹੜੇ ਪੰਜ ਸ਼ਕਤੀਆਂ ਸੀ ਉਹ ਤਾਂ ਤੁਹਾਨੂੰ ਹਰ ਵਕਤ ਤੰਗ ਕਰਦੀਆਂ ਸੀ। ਬਿਲਕੁਲ। ਹੁਣ ਉਹਨਾਂ ਤੇ ਕਿਵੇਂ ਕਾਬੂ ਪਾਇਆ ਜਾਏ? 5 ਕਕਾਰ ਤਾਂ ਪਾ ਲਏ ਜੀ, ਲੇਕਿਨ 5 ਕਕਾਰਾਂ ਦੇ ਵਿੱਚ ਜਿਹੜਾ ਅੰਦਰ ਸੀ ਸਵਾਨ, ਉਹ ਬੜਾ ਗੜਬੜ ਹੋ ਰਹੀ ਸੀ ਜੀ। ਤੇ ਕੀ ਕਰਾਂ? ਤੇ ਉਹਦੇ ਵਿੱਚ ਕਰਨ ਤੋਂ ਬਾਅਦ ਆਹਿਸਤਾ ਆਹਿਸਤਾ ਇਹ ਜੀਵਨ ਜਿਹੜਾ ਸੀਗਾ ਨਾ, ਇਹ ਢਿੱਲਾ ਹੋ ਗਿਆ ਜੀ। ਕਿ ਪਾਠ ਪੂਜਾ ਵੀ ਉਨੀ ਕੀ ਰਹਿ ਗਈ, ਤੂੰ ਕੱਲਾ ਮੂਲ ਮੰਤਰ ਪੜ੍ਹ ਲਿਆ ਕਰ, ਕੱਲਾ ਵਾਹਿਗੁਰੂ ਵਾਹਿਗੁਰੂ ਕਰ ਲਿਆ ਕਰ, ਰਹਿ ਰਸ ਜਾਂਦੇ ਜਾਂਦੇ ਤੁਰਦੇ ਫਿਰਦੇ ਕਰ ਲਈ, ਜਪਜੀ ਸਾਹਿਬ ਪੜ੍ਹ ਲਿਆ। ਸੋ ਇਹ ਇੱਕ ਸਮਝ ਲਓ ਰੂਟੀਨ ਬਣ ਗਿਆ, ਜਿਹਨੂੰ ਤੁਸੀਂ ਕਹਿ ਲਓ ਕਿ ਇਹ ਇੱਕ ਕਰਮ ਕਾਂਡ ਬਣ ਗਿਆ, ਰਾਈਟ, ਔਰ ਕਹਿ ਲਓ ਕਿ ਇੱਕ ਰਿਚੁਅਲਸ ਬਣ ਗਿਆ, ਰਾਈਟ। ਅੱਛਾ, ਲੇਕਿਨ ਇੰਨੇ ਦੇ ਬਾਵਜੂਦ ਦੇਖਣ ਨੂੰ ਤਾਂ ਬੜਾ ਗੁਰਸਿੱਖ ਲੱਗਦਾ ਹੋਵਾਂਗੇ ਲੋਕਾਂ ਨੂੰ, ਪਰ ਅੰਦਰ ਮੇਰੇ ਤਾਂ ਅੰਦਰ ਬੜਾ ਐਸਾ ਚੱਲ ਰਿਹਾ ਸੀਗਾ ਅਸ਼ਾਂਤੀ ਜੀ। ਤੇ ਅਸ਼ਾਂਤੀ ਜਦੋਂ ਮਨੁੱਖ ਦੀ ਚੱਲਦੀ ਫਿਰ ਖੋਜ ਕਰਦਾ ਜੀ। ਬਿਲਕੁਲ। ਹੁਣ ਖੋਜ ਕਰਦਿਆਂ ਜਦੋਂ ਮੈਨੂੰ ਮੂਲ ਮੰਤਰ ਦੇ ਬਾਰੇ ਕੁਝ ਥੋੜਾ ਜਿਹਾ ਗਿਆਨ ਹੋਇਆ ਜੀ, ਤੇ ਮੇਰੇ ਮਨ 'ਚ ਥੋੜਾ ਜਿਹਾ ਧਾਰਸ ਬਣਿਆ, ਲੇਕਿਨ ਉਹ ਵੀ ਬਹੁਤਾ ਚਿਰ ਰੰਗ ਨਾ ਰਿਹਾ ਜੀ, ਕਿਉਂਕਿ ਮਾਹੌਲ ਜਿਹੜਾ ਹੈਗਾ ਉਹ ਤੁਹਾਡਾ ਮੈਜੋਰਿਟੀ ਜਿਹੜੀ ਨਾ ਦੂਏ ਪਾਸੇ ਦੀ ਆ। ਰਾਈਟ। ਈਵਨ ਜਦੋਂ ਅਸੀਂ ਕਾਲਜ 'ਚ ਪੜ੍ਹਦੇ ਸੀ ਜੀ, ਤੇ ਬਹੁਤ ਸਾਰੇ ਜਿਹੜੇ ਸਾਡੇ ਸਰਦਾਰਾਂ ਦੇ ਮੁੰਡੇ ਸੀ, ਉਹਨਾਂ ਦਿਨਾਂ 'ਚ ਦਾੜੀ ਟ੍ਰਿਮ ਕਰਨ ਦਾ ਰਿਵਾਜ ਪੈ ਗਿਆ ਜੀ। ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਸਭ ਤੋਂ ਵੱਡਾ ਨੌਜਵਾਨਾਂ ਤੇ ਅਸਰ ਪਿਆ, ਓਕੇ, ਜਿਹਦੇ ਅਸਰ ਪੈਣ ਦੇ ਨਾਲ ਲੋਕਾਂ ਦਾ ਧਿਆਨ ਜਿਹੜਾ ਸੀਗਾ ਰੱਬ ਵੱਲੋਂ ਟੁੱਟ ਕੇ ਕਮਿਊਨਿਜ਼ਮ ਵੱਲ, ਪਦਾਰਥਵਾਦ ਵੱਲ ਫੈਲ ਗਿਆ। ਰਾਈਟ।
ਔਰ ਕਾਲਜਾਂ ਦੇ ਮੁੰਡੇ ਕੁੜੀਆਂ ਵਿਗੜਨੇ ਸ਼ੁਰੂ ਹੋ ਗਏ ਔਰ ਉਹਨਾਂ ਵਿੱਚ ਅਸੀਂ ਵੀ ਸੀਗੇ ਜੀ। ਅੱਛਾ, ਜਦੋਂ ਦਾਸ ਨੇ ਤਕਰੀਬਨ 18 ਸਾਲ ਦੀ ਉਮਰ 'ਚ ਅੰਮ੍ਰਿਤ ਛਕਿਆ, ਉਸ ਤੋਂ ਬਾਅਦ ਫਿਰ ਮੈਂ ਦੇਖਣਾ ਕਿ ਕਿਸ ਤਰ੍ਹਾਂ ਤਬਦੀਲੀ ਆਉਂਦੀ ਹੈ। ਉਸ ਤੋਂ ਬਾਅਦ ਫਿਰ ਪੰਜ ਬਾਣੀਆਂ ਦਾ ਪਾਠ ਵੀ ਕਰ ਲਓ, ਰਹਿ ਰਸ ਦਾ ਪਾਠ ਵੀ ਕਰ ਲਓ, ਆਮ ਕਰਦੇ ਲੋਕੀ, ਲੇਕਿਨ ਮਨ ਦੇ ਵਿੱਚ ਜਿਹੜਾ ਟਿਕਾਓ ਸੀ ਉਹ ਨਹੀਂ ਬਣਿਆ। ਤੇ ਫਿਰ ਮੈਂ ਸੋਚਿਆ ਕਿ ਧਰਮ ਹੈ ਕੀ। ਹੁਣ ਧਰਮ ਜੇ ਕਿਸੇ ਨੂੰ ਪੁੱਛਿਆ, ਉਹਨਾਂ ਨੇ ਇਹ ਜਵਾਬ ਦਿੱਤਾ ਕਿ ਪਾਠ ਕਰ ਲਿਆ ਕਰੋ, ਅੰਮ੍ਰਿਤ ਛਕ ਲਓ, ਨਸ਼ੇ ਛੱਡ ਦਿਓ। ਪੂਰਾ ਕੀਤਾ ਹੈ, ਠੀਕ। ਤੇ ਲੇਕਿਨ ਜੇ ਕਿਸੇ ਨੂੰ ਹੋਰ ਨਾ ਧਰਮਾਂ ਵਾਲੇ ਨੇ ਪੁੱਛਿਆ, ਉਹਨਾਂ ਨੇ ਆਪਣੇ ਧਰਮ ਦੇ ਹਿਸਾਬ ਨਾਲ ਗੱਲ ਦੱਸੀ। ਠੀਕ। ਲੇਕਿਨ ਜਦੋਂ ਅਸੀਂ ਇਹ ਪੁੱਛਦੇ ਵੀ ਇਹ ਤੋਂ ਅੱਗੇ ਹੁਣ ਕੀ ਕਰਨਾ, ਅੰਮ੍ਰਿਤ ਛਕਣ ਤੋਂ ਬਾਅਦ ਕੀ ਕਰਨਾ ਹੈ, ਨੋਬਡੀ ਨੋਸ, ਕੋਈ ਸਾਨੂੰ ਦੱਸ ਨਹੀਂ ਰਿਹਾ। ਔਰ ਇਹਦਾ ਮੈਨੂੰ ਕੋਈ ਜਵਾਬ ਨਹੀਂ ਆਇਆ ਤੇ ਮੈਂ ਉਹਦੇ ਨਾਲ ਡਿਸਅਪਾਇੰਟਡ ਹੋ ਗਿਆ। ਇੱਕ ਦਿਨ ਹਰਪ੍ਰੀਤ ਸਿੰਘ ਜੀ, ਮੇਰੀ ਇਹ ਦਸ਼ਾ ਹੋ ਗਈ ਕਿ ਆਈ ਵਾਜ਼ ਰੈਡੀ ਟੂ ਕੁਇਟ ਫਰਮ ਦ ਰਿਲੀਜਨ, ਰਾਈਟ, ਕਿ ਮੈਂ ਪੰਜ ਕਕਾਰ ਵੀ ਜਿਹੜੇ ਨਾ ਇਹ ਵਾਧੂ ਭਾਰ ਹੈ ਮੇਰੇ ਤੇ, ਇਹਨਾਂ ਨੂੰ ਵੀ ਛੱਡੋ। ਤੇ ਜਦ ਮੈਂ ਇਹ ਕੁਇਟ ਕਰਨ ਦਾ ਫੈਸਲਾ ਕੀਤਾ ਤੇ ਰਾਤ ਨੂੰ ਮੈਨੂੰ ਨੀਂਦ ਨਹੀਂ ਆਈ ਜੀ। ਸਾਰੀ ਰਾਤ ਮੇਰੇ ਦਿਮਾਗ 'ਚ ਕਸ਼ਮਕਸ਼ ਹੋਈ, ਦਿਸ ਵੇ ਔਰ ਦੈਟ ਵੇ। ਉਦੋਂ ਅੰਦਰੋਂ ਆਵਾਜ਼ ਆਈ ਕਿ ਜੇ ਤੂੰ ਛੱਡ ਜਾਏਗਾ, ਦੱਸ ਵੀ ਕੌਣ ਕੀ ਤੂੰ ਬਣੇਗਾ। ਜੇ ਸਿੱਖੀ ਨੂੰ ਛੱਡ ਜਾਏਗਾ ਤਾਂ ਕੀ ਬਣੇਗਾ, ਕਿਸ ਪਾਸੇ ਜਾਏਗਾ। ਕੀ ਤੂੰ ਹਿੰਦੂ ਬਣਨਾ ਚਾਹੁੰਦਾ? ਨਹੀਂ। ਕੀ ਤੂੰ ਮੁਸਲਮਾਨ ਬਣਨਾ ਚਾਹੁੰਦਾ? ਨਹੀਂ। ਕੀ ਤੂੰ ਈਸਾਈ ਬਣਨਾ ਚਾਹੁੰਦਾ? ਨਹੀਂ। ਜਦੋਂ ਉਹਦੇ ਨਾਂ ਦੇ ਜਵਾਬ ਆਏ ਕੌਨਸ਼ੀਅਸਨੈਸ ਵਿੱਚੋਂ, ਤਾਂ ਫਿਰ ਆਇਆ ਵੀ ਜੇ ਤੂੰ ਹੋਰ ਕਿਤੇ ਜਾਣਾ ਹੀ ਨਹੀਂ ਤਾਂ ਵਾਈ ਡੋਨਟ ਯੂ ਸਟੇ ਇਨ ਯਰ ਓਨ ਰਿਲੀਜਨ, ਰਾਈਟ। ਤਾਂ ਫਿਰ ਉਹ ਥੋੜਾ ਜਿਹਾ ਬਚਾਅ ਹੋ ਗਿਆ, ਕਹਿ ਲਓ ਵੀ ਇਹ ਵੀ ਕਰਾਮਾਤ ਜ਼ਿੰਦਗੀ ਦੀ ਜੀ। ਲੇਕਿਨ ਉਸ ਤੋਂ ਬਾਅਦ ਜਦੋਂ ਮੈਂ ਇੱਥੇ ਆਇਆ ਇਸ ਮੁਲਕ ਦੇ ਵਿੱਚ, ਤਾਂ ਇੱਥੇ ਆ ਕੇ ਮੈਂ ਫਿਰ ਅਸਲੀ 'ਚ ਖੋਜ ਤਾਂ ਮੈਂ ਇੱਥੇ ਕਰਨ ਲੱਗਾ, ਰਾਈਟ। ਔਰ ਇੱਥੇ ਖੋਜ ਕਰਦੇ ਇੱਕ ਨਤੀਜੇ ਤੇ ਪਹੁੰਚਿਆ ਕਿ ਧਰਮ ਇੱਕ ਜਿਹੜਾ ਹੈਗਾ ਇਹ ਸਾਡੇ ਜੀਵਨ ਦਾ ਇੱਕ ਜ਼ਰੂਰੀ ਅੰਗ ਹੈ, ਰਾਈਟ। ਕਿਉਂਕਿ ਧਰਮ ਇੱਕ ਗਾਈਡਲਾਈਨਸ ਹੈਗੀਆਂ ਜੀ, ਜਿਹਦੇ ਮੁਤਾਬਕ ਮਨੁੱਖ ਨੇ ਚੱਲ ਕੇ ਆਪਣੇ ਜੀਵਨ ਨੂੰ ਤੰਦਰੁਸਤ, ਕਾਮਯਾਬ ਜੀ ਅਤੇ ਆਤਮਿਕ ਤੌਰ ਦੇ ਉੱਤੇ ਉੱਚਾ ਕਰਨਾ, ਠੀਕ। ਫਿਰ ਇਹ ਵੀ ਸਮਝ ਆਈ ਕਿ ਧਰਮ ਇਕੱਲਾ ਪੂਜਾ ਪਾਠ ਨਹੀਂ ਹੈਗਾ ਜੀ, ਇਸ ਤੋਂ ਉੱਪਰ ਉੱਠਣਾ ਪਏਗਾ, ਓਕੇ। ਫਿਰ ਇੱਕ 1962 ਦੇ ਵਿੱਚ ਇੰਡੋ ਚਾਈਨਾ ਦੀ ਲੜਾਈ ਹੋਈ ਸੀ, ਰਾਈਟ। ਉਹਨਾਂ ਦਿਨਾਂ ਦੇ ਵਿੱਚ ਇੱਕ ਮੇਰੇ ਮਨ ਦੇ ਵਿੱਚ ਬੜਾ ਅਸਰ ਪਿਆ। ਉਹ ਕੀ ਸੀ, ਇੱਕ ਖਬਰ ਆਈ ਸੀ। ਉਹ ਖਬਰ ਇਸ ਤਰ੍ਹਾਂ ਦੀ ਸੀ ਕਿ ਲੁਧਿਆਣੇ ਦੇ ਚੌੜੇ ਬਾਜ਼ਾਰ ਦੇ ਵਿੱਚ ਜੀ ਇੱਕ ਟਰੱਕ ਆਇਆ ਭਰਿਆ ਹੋਇਆ ਡਾਲਡੇ ਘੀ ਦਾ। ਉਹਨਾਂ ਦਿਨਾਂ ਦੇ ਵਿੱਚ ਡਾਲਡਾ ਘੀ ਜਿਹੜਾ ਮਿਲਦਾ ਨਹੀਂ ਸੀ ਜੀ, ਤੁਹਾਨੂੰ ਪਤਾ ਕਿ ਬਲੈਕ ਹੁੰਦੀ ਸੀ। 1962 ਦੀ ਲੜਾਈ ਤੁਸੀਂ ਨਹੀਂ ਵੇਖੀ ਸੀ, ਵੇਖੀ ਜੀ। ਤੇ ਉਹ ਲੋਕੀ ਆਏ ਦਵਾ ਦਵ ਧੜਾ ਧੜ ਤੇ ਟਰੱਕ ਉਹ ਸਾਰਾ ਹੀ ਚੁੱਕ ਕੇ ਲੈ ਗਏ। ਕੈਨ ਜਿਹੜੇ ਸੀ ਉੱਤੇ ਖਜੂਰ ਮਾਰਕਾ ਡਾਲਡਾ ਕੇ ਸਾਰਾ ਲੇਬਲ ਲੱਗੇ ਸੀ, ਓਕੇ। ਜੋ ਲੈ ਗਿਆ ਲੋਕੀ ਘਰ, ਕਿਸੇ ਨੇ ਦੇਖਿਆ ਨਾ, ਘਰ ਜਾ ਕੇ ਜਦ ਖੋਲਿਆ ਤਾਂ ਡਾਲਡਾ ਕੇ ਦੀ ਸੀ, ਪਾਣੀ ਸੀ, ਓਕੇ। ਅੱਛਾ, ਹੁਣ ਲੋਕੀ ਪਛਤਾਏ, ਲੋਕਾਂ ਨੇ ਕਿਉਂ ਲਿਆ? ਲੇਬਲ ਦੇਖ ਕੇ, ਠੀਕ ਹੈ। ਅੱਛਾ, ਇਸੇ ਤਰੀਕੇ ਦੇ ਨਾਲ ਮੇਰਾ ਆਪਣਾ ਸਟੋਰ ਸੀ, ਗਰੋਸਰੀ ਸਟੋਰ ਜੀ, ਤੇ ਉਹਦੇ ਵਿੱਚ ਮੈਂ ਗਾਜਰਾਂ ਦਾ ਮੁਰੱਬਾ ਵੇਚਦਾ ਸੀ। ਇਹ ਮੈਂ ਤਾਂ ਲੋਕਾਂ ਨੂੰ ਦੱਸਦਾ ਐਗਜ਼ਾਮਪਲ, ਰਾਈਟ। ਤੇ ਉਹਦੇ ਵਿੱਚ ਗਾਜਰਾਂ ਦੇ ਮੁਰੱਬੇ ਦੇ ਵਿੱਚ ਡੱਬੇ ਸੀ, 12 ਵਿਕ ਗਏ, 12 ਹੋਰ ਵੀ ਲਿਆਂਦੇ ਵਿਕ ਗਏ, 12 ਹੋਰ ਵੀ ਲਿਆਂਦੇ ਵਿਕ ਗਏ, ਲੇਕਿਨ ਇੱਕ ਡੱਬਾ ਨਹੀਂ ਵਿਕਿਆ ਕਿਉਂਕਿ ਉਹਦਾ ਕਿਸੇ ਢੰਗ ਨਾਲ, ਕਿਸੇ ਕਾਰਨ ਕਰਕੇ ਲੇਬਲ ਲਿਥ ਗਿਆ, ਓਕੇ। ਜਦੋਂ ਲੇਬਲ ਲਿਥ ਗਿਆ ਤੇ ਉਹ ਕੱਲਾ ਹੀ ਉਹ ਬਚਦਾ ਗਿਆ, ਹੋ ਕੇ ਸਭ ਸਾਰੇ ਵਿਕ ਜਾਂਦੇ ਸੀ। ਅੱਛਾ। ਤੇ ਮੈਂ ਕਿਹਾ ਵੀ ਚਲੋ ਹੁਣ ਲੋਕਾਂ ਨੂੰ ਨਹੀਂ ਪਤਾ ਚ ਕੀ ਆ ਜੀ, ਮੈਂ ਆਪਣੇ ਪੈਨ ਦੇ ਨਾਲ, ਮਾਰਕਰ ਦੇ ਨਾਲ ਲਿਖਤਾ ਗਾਜਰਾਂ ਦਾ ਮੁਰੱਬਾ। ਅੱਛਾ, ਭਾਈ ਸਾਹਿਬ ਉਹ ਫੇਰ ਵੀ ਨਾ ਵਿਕਿਆ ਜੀ। ਜਦੋਂ ਨਹੀਂ ਵਿਕਿਆ ਤਾਂ 15 ਸਾਲ ਬਾਅਦ ਮੈਂ ਸਟੋਰ ਬੰਦ ਕਰਤਾ, ਤਾਂ ਮੈਂ ਡੱਬਾ ਘਰ ਨੂੰ ਲੈ ਗਿਆ ਜੀ। ਜਦੋਂ ਘਰ ਲੈ ਗਿਆ ਤਾਂ ਮੈਂ ਘਰ ਵਾਲੇ ਨੂੰ ਕਿਹਾ ਚੱਲ ਆਪਾਂ ਗਾਜਰਾਂ ਦਾ ਮੁਰੱਬਾ ਖਾਂਦੇ, ਲੋਕਾਂ ਨੂੰ ਤਾਂ ਨਹੀਂ ਪਤਾ। ਉਹ ਕਹਿੰਦੀ ਸਾਨੂੰ ਕੀ ਪਤਾ ਕੌਣ ਦਾ ਬਣਿਆ, ਉਹਨੇ ਚੱਕ ਕੇ ਗਾਰਬੇਜ ਸੁੱਟਤਾ, ਠੀਕ, ਕਿਉਂਕਿ ਤੇ ਲੇਬਲ ਹੈ ਨਹੀਂ ਸੀ, ਰਾਈਟ। ਹੁਣ ਇੱਥੋਂ ਆਪਾਂ ਇੱਕ ਗੱਲ ਸਿੱਖਿਆ ਲਈ ਆ ਕਿ ਇੱਕ ਲੇਬਲ ਹੋਣਾ ਬੜਾ ਜ਼ਰੂਰੀ ਆ, ਇਟਸ ਵੈਰੀ ਇੰਪੋਰਟੈਂਟ, ਆਇਡੈਂਟਿਟੀ ਇਜ਼ ਵੈਰੀ ਇੰਪੋਰਟੈਂਟ, ਬਟ ਦ ਅਦਰ ਥਿੰਗ ਇਜ਼ product is also very important, right. Without product the label has no value ji, but label ਧੋਖਾ ਦੇ ਸਕਦਾ, ਪਰ ਕੱਲੀ ਪ੍ਰੋਡਕਟ ਨਾਲ ਵੀ ਗੱਲ ਨਹੀਂ ਬਣ ਸਕਦੀ ਜਦ ਤੱਕ ਲੇਬਲ ਨਹੀਂ। ਹੁਣ ਤੁਹਾਡੇ ਇੱਥੇ ਬਾਹਰ ਨਾਲ ਜੋਏ ਟੀਵੀ ਲਿਖਿਆ ਹੈ ਨਾ, ਤਾਂ ਹੀ ਅਸੀਂ ਅੰਦਰ ਆਏ ਨਾ। ਸੋ ਲੇਬਲ ਬੜਾ ਜ਼ਰੂਰੀ ਆ। ਤੇ ਉੱਥੋਂ ਵੀ ਮੈਂ ਸੋਚਿਆ ਕਿ ਲੇਬਲ ਤਾਂ ਅਸੀਂ ਲਾ ਲਿਆ, ਪਰ ਹੁਣ ਪ੍ਰੋਡਕਟ ਕਿੱਥੋਂ ਪਾਈਏ? ਹੁਣ ਪ੍ਰੋਡਕਟ ਪਾਉਣ ਦਾ ਸੋਰਸ ਸਿਰਫ ਗੁਰੂ ਗ੍ਰੰਥ ਸਾਹਿਬ ਸੀ, ਪਰ ਉਹਨੂੰ ਤਾਂ ਅਸੀਂ ਸਮਝਣ ਲਈ ਪਹਿਲਾਂ ਅਸੀਂ ਦੇਖੀਏ ਰਿਲੀਜਨ ਕੀ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਸੀ ਕਿ ਮੈਂ ਇੱਥੇ ਨਤੀਜੇ ਤੇ ਪਹੁੰਚਿਆ ਕਿ ਰਿਲੀਜਨ ਜਿਹੜਾ ਹੈਗਾ ਨਾ ਇਜ਼ ਏ ਪ੍ਰੈਕਟੀਕਲ ਵੇ ਆਫ ਲਾਈਫ, ਰਾਈਟ। ਇਹ ਮੈਂ ਸੰਗਤਾਂ ਤੱਕ ਹੁਣ ਵੀ ਦੱਸਣ ਲੱਗਾ, ਰਿਲੀਜਨ ਇਜ਼ ਏ ਪ੍ਰੈਕਟੀਕਲ ਵੇ ਆਫ ਲਾਈਫ, ਅਮਲੀ ਜੀਵਨ ਜੀਣ ਦਾ ਇੱਕ ਰਸਤਾ ਹੈ, ਠੀਕ। ਦੂਜਾ
ਰਿਲੀਜਨ ਇਜ਼ ਅ ਸਾਇੰਸ। ਜੀ। ਮੈਂ ਹੁਣ ਜੇ ਸਾਇੰਸ ਪੜ੍ਹਿਆ ਸੀਗਾ ਤੇ ਸਾਇੰਸ ਪੜ੍ਹਿਆ ਹੋਇਆ ਬੰਦਾ ਆਮ ਤੌਰ ਤੇ ਨਾਸਤਿਕ ਬਣ ਜਾਂਦਾ। ਅਸੀਂ ਵੀ ਬਣਦੇ ਜਾ ਰਹੇ ਸੀ ਜਦੋਂ ਅਸੀਂ ਆਰਗੈਨਿਕ ਕੈਮਿਸਟਰੀ ਪੜ੍ਹੀ ਸੀਗੀ। ਤਾਂ ਲੇਕਿਨ ਅਸੀਂ ਜਦੋਂ ਦੇਖਿਆ ਕਿ ਨਹੀਂ, ਰਿਲੀਜਨ ਜਿਹੜਾ ਇਹ ਵੀ ਇੱਕ ਵਿਗਿਆਨ ਹੈ। ਰਾਈਟ। ਇਹ ਵਿਗਿਆਨ ਕਿਸ ਚੀਜ਼ ਦਾ ਹੈਗਾ? ਇਹ ਵਿਗਿਆਨ ਹੈਗਾ ਸਾਡਾ ਆਤਮਾ ਦਾ। ਹੁਣ ਆਤਮਾ ਇੱਕ ਸ਼ਕਤੀ ਆ ਜਿਸ ਤਰ੍ਹਾਂ ਦੂਸਰੀਆਂ ਸ਼ਕਤੀਆਂ ਜੀ। ਅਸੀਂ ਇਹਨੂੰ ਸਮਝੀਏ ਔਰ ਆਤਮਾ ਦੀ ਸ਼ਕਤੀ ਨੂੰ ਮਨ ਦੇ ਖਿਆਲਾਂ ਰਾਹੀਂ ਵਿਜ਼ਨ ਵਿੱਚ ਬਣਾ ਕੇ ਰੱਬ ਦੇ ਬਣਾਏ ਹੋਏ ਕਾਨੂੰਨ, ਰੱਬ ਦੀਆਂ ਸਿਫਤਾਂ ਉਹਨਾਂ ਨੂੰ ਅਪਣਾਓ ਜੀ, ਥਰੂ ਦਾ ਵਿਜ਼ਨ। ਰਾਈਟ। ਤੇ ਉਹ ਫਿਰ ਜਦੋਂ ਦਿਮਾਗ 'ਚ ਇਹ ਗੱਲ ਸੋਚੀ ਫਿਰ ਕਿਹਾ ਕਿ ਰਿਲੀਜਨ ਇਜ਼ ਅ ਸਾਇੰਸ, ਇਟ ਇਜ਼ ਦ ਸਾਇੰਸ ਆਫ ਸੋਲ ਐਂਡ ਵੀ ਮਸਟ ਅੰਡਰਸਟੈਂਡ ਦਾ ਸਾਇੰਸ ਆਫ ਦਾ ਸੋਲ। ਰਾਈਟ। ਸੋ ਇਹ ਸਾਇੰਸ ਆਫ ਦਾ ਸੋਲ ਅਤੇ ਪ੍ਰੈਕਟੀਕਲ ਵੇ ਆਫ ਲਾਈਫ ਜਿਹੜਾ ਅਸਲ ਵਿੱਚ ਗੁਰਮਤਿ ਦਾ ਸਿਧਾਂਤ ਹੈਗਾ, ਲੇਕਿਨ ਅਸੀਂ ਇਸ ਨੂੰ ਕਿਉਂ ਨਹੀਂ ਸਮਝ ਸਕ ਰਹੇ, ਇਸ ਬਾਰੇ ਗੱਲਬਾਤ ਕਰਦੇ ਹਾਂ ਇਸ ਬ੍ਰੇਕ ਤੋਂ ਬਾਅਦ ਜੀ। ਘਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ। ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡ੍ਰੇਪਰੀ, ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 6048259295। ਸਾਡੀ ਰੋਜ਼ਮਰਾ ਜ਼ਿੰਦਗੀ ਵਿੱਚ ਧਰਮ ਦੀ ਕੀ ਅਹਿਮੀਅਤ ਹੈ, ਇਸ ਸੰਬੰਧ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਗਿਆਨੀ ਸਵਰਨ ਸਿੰਘ ਜੀ ਨਾਲ। ਆਓ ਮੁੜ ਤੋਂ ਤੁਹਾਨੂੰ ਸ਼ਾਮਿਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਜੀ ਭਾਈ ਸਾਹਿਬ, ਸੋ ਜੀਵਨ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਧਰਮ ਤਾਂ ਇੱਕ ਅਮਲੀ ਜਾਮਾ ਹੈਗਾ ਜੀ ਅਤੇ ਇੱਕ ਪ੍ਰੈਕਟੀਕਲ ਵੇ ਆਫ ਲਾਈਫ ਹੈਗਾ ਧਰਮ ਨਹੀਂ। ਅਸੀਂ ਲੇਕਿਨ ਇਸ ਨੂੰ ਸੰਕੋਚਤਾ ਸਿਰਫ ਰਿਚੁਅਲਸ ਦਾ ਅਤੇ ਕਰਮ ਕਾਂਡਾਂ ਤੱਕ ਦੀ ਜੀ ਜੀ। ਤਾਂ ਇਹਦੇ ਵਿੱਚ ਅੱਜ ਸਾਨੂੰ ਇਸ ਸਫ਼ਰ ਵਿੱਚ ਲੈ ਕੇ ਚਲੋ ਕਿ ਜਿਵੇਂ ਤੁਹਾਡੇ ਜੀਵਨ ਵਿੱਚ ਪਰਿਵਰਤਨ ਆਇਆ, ਇੱਕ ਸਮਾਂ ਉਹ ਵੀ ਆ ਗਿਆ ਕਿ ਤੁਸੀਂ ਸਭ ਕੁਝ ਛੱਡਣਾ ਚਾਹੁੰਦੇ ਸੀ, ਲੇਕਿਨ ਇੱਕ ਐਗਜ਼ਾਮਪਲ ਨੇ, ਇੱਕ ਸਥਿਤੀ ਨੇ ਤੁਹਾਨੂੰ ਮਜਬੂਰ ਕਰ ਦਿੱਤਾ ਸੋਚਣ ਲਈ ਕਿ ਇੱਕ ਜੇ ਲੇਬਲ ਨਹੀਂ ਹੈਗਾ ਤੇ ਪ੍ਰੋਡਕਟ, ਲੇਬਲ ਤੇ ਪ੍ਰੋਡਕਟ ਦੋਨੋਂ ਚੀਜ਼ਾਂ ਦਾ ਸੁਮੇਲ ਹੋਏਗਾ ਤਦ ਹੀ ਕੋਈ ਚੀਜ਼ ਚੱਲ ਸਕਦੀ ਹੈ। ਜੀ ਜੀ। ਤੇ ਉਹਦੇ ਵਿੱਚ ਮੈਂ ਦੱਸਦਾ ਸੀਗਾ ਕਿ ਧਰਮ ਸਾਨੂੰ ਇਹ ਵੀ ਦੱਸਦਾ ਹੈ ਕਿ ਕਿਹੜਾ ਕਰਮ ਮਾੜਾ ਆ, ਕਿਹੜਾ ਕਰਮ ਚੰਗਾ। ਠੀਕ। ਹੁਣ ਇਹ ਵਿਗਿਆਨਕ ਤੌਰ ਤੇ ਸੋਚਦੇ ਆ, ਸਾਈਕੋਲੋਜੀਕਲ ਤੌਰ ਤੇ ਸੋਚਦੇ ਆ ਜੀ ਕਿ ਜਦੋਂ ਮਨੁੱਖ ਪੈਦਾ ਹੋਇਆ ਨਾ, ਮਾਂ ਦੀ ਕੁੱਖ ਵਿੱਚ ਉਹਦੇ ਅੰਦਰ ਮਨ ਫਿੱਟ ਹੋਇਆ। ਠੀਕ। ਸੌਰੀ, ਇਹ ਪਹਿਲਾਂ ਬਾਡੀ ਫਿੱਟ ਹੋਈ ਜੀ। ਬਾਡੀ ਵਿੱਚ ਆਤਮਾ ਆਈ। ਆਤਮਾ ਦੇ ਵਿੱਚ ਅਕਾਲ ਪੁਰਖ ਨੇ ਹਰ ਜੀਵ ਦੇ ਅੰਦਰ ਵਿਦਆਊਟ ਐਨੀ ਡਿਸਕ੍ਰਿਮੀਨੇਸ਼ਨ, ਕਿਉਂਕਿ ਮਨੁੱਖ ਦਾ ਅੰਦਰ ਧਰਮ ਕੋਈ ਨਹੀਂ ਹੈ, ਮਜ਼ਹਬ ਕੋਈ ਨਹੀਂ ਅੰਦਰ, ਕਿਸੇ ਮਨੁੱਖ ਦਾ ਕੋਈ ਮਜ਼ਹਬ ਨਹੀਂ ਅੰਦਰ। ਠੀਕ। ਅੰਦਰ ਤੇ ਕੇਵਲ ਡਾਇਰੈਕਟ ਲਿੰਕ ਵਿਦ ਇਨਵਿਜ਼ੀਬਲ ਪਾਵਰ ਹੈ ਜਾਂ ਉਸ ਜੀਵ ਦੇ ਅੰਦਰ ਹੈ। ਠੀਕ। ਔਰ ਰੱਬ ਇੰਨਾ ਖੁਸ਼ ਹੋਇਆ ਮਨੁੱਖ ਤੇ, ਆਪ ਹੀ ਬਣਤਰ ਬਣਾ ਕੇ ਕਿ ਉਹਦੇ ਅੰਦਰ ਆਪ ਬੈਠ ਗਿਆ ਜੀ। ਔਰ ਬੈਠਿਆ ਕਿਹੜੀ ਸ਼ਕਲ 'ਚ? ਬੈਠਾ ਉਹ ਅੰਦਰ ਤੁਹਾਡੇ ਇੱਕ ਆਤਮਾ ਦੀ ਸ਼ਕਲ 'ਚ, ਔਰ ਆਤਮਾ ਦੇ ਨਾਲ ਨਾਲ ਇੱਕ ਅਸੀਂ ਉਹਨੂੰ ਕਹਿੰਦੇ ਕੌਨਸ਼ੀਅਸਨੈਸ, ਜਾਂ ਉਹਨੂੰ ਅਸੀਂ ਜ਼ਮੀਰ ਆਖ ਸਕਦੇ ਹਾਂ। ਠੀਕ। ਆਤਮਾ ਦੀ ਆਵਾਜ਼ ਵੀ ਕਹਿ ਸਕਦੇ ਹਾਂ। ਠੀਕ ਹੈ। ਔਰ ਉਹ ਇੱਕ ਦਫ਼ਤਰ ਦੀ ਤਰ੍ਹਾਂ ਖੋਲਿਆ, ਜਿਸ ਤਰ੍ਹਾਂ ਇੱਕ ਆਪਣਾ ਦੇਸ਼ ਦਾ ਐਂਬੈਸੇਡਰ ਹੁੰਦਾ ਹੈ, ਇਸੇ ਤਰ੍ਹਾਂ ਰੱਬ ਦਾ ਐਂਬੈਸੇਡਰ ਜੀ ਹਰ ਇੱਕ ਮਨੁੱਖ ਦੇ ਅੰਦਰ ਫਿੱਟ ਹੈ, ਭਾਵੇਂ ਉਹ ਰੱਬ ਨੂੰ ਮੰਨੇ ਜਾਂ ਨਾ ਮੰਨੇ, ਲੇਕਿਨ ਉਹਦੇ ਅੰਦਰ ਉਹ ਚੀਜ਼ ਸ਼ਕਤੀ ਭਰੀ ਹੋਈ ਹੈ। ਜਿਹੜਾ ਕਿ ਤੁਹਾਡਾ ਸਭ ਤੋਂ ਨੇੜ ਦਾ ਰਿਸ਼ਤਾ ਆ, ਉਹ ਤੋਂ ਨੇੜ ਦਾ ਰਿਸ਼ਤਾ ਕੋਈ ਨਹੀਂ। ਜਦੋਂ ਤੁਸੀਂ ਪ੍ਰਦੇਸ਼ ਵਿੱਚ ਗਏ ਹੋ ਤੇ ਜੇ ਤੁਹਾਨੂੰ ਕੋਈ ਟਰਬਲ ਹੋਵੇ ਤਾਂ ਸਭ ਤੋਂ ਪਹਿਲਾਂ ਕਾਨੂੰਨ ਹੈ ਕਿ ਤੁਸੀਂ ਐਂਬੈਸੇਡਰ ਦੇ ਨਾਲ ਕੰਟੈਕਟ ਕਰੋ। ਬਿਲਕੁਲ। ਇਹ ਅਸੀਂ ਪ੍ਰਦੇਸ਼ ਵਿੱਚ ਆਏ ਹਾਂ, ਇਹ ਸਾਡਾ ਦੇਸ਼ ਨਹੀਂ ਜਿੱਥੇ ਰਹਿ ਰਹੇ ਆ, ਔਰ ਪ੍ਰਦੇਸ਼ ਵਿੱਚ ਤੁਹਾਨੂੰ ਮੁਸੀਬਤਾਂ ਆ ਹੀ ਰਹੀਆਂ ਹਰ ਥਾਂ ਦੇ ਉੱਤੇ। ਇਹਨਾਂ ਮੁਸੀਬਤਾਂ ਦਾ ਹੱਲ ਲੱਭਣ ਲਈ ਸਾਨੂੰ ਇੱਥੇ ਰੱਬ ਦੇ ਬਣਾਏ ਹੋਏ ਅੰਦਰਲੇ ਸਿਸਟਮ ਦੇ ਨਾਲ ਕਨੈਕਸ਼ਨ ਜੋੜਨਾ ਪਏਗਾ। ਰਾਈਟ। ਔਰ ਉਹ ਤੁਹਾਨੂੰ ਦੱਸਦੀ ਆਵਾਜ਼ ਕਿਹੜਾ ਕਰਮ ਤੇਰੇ ਖਿਆਲਾਂ ਵਿੱਚ ਚੰਗਾ ਆ, ਕਿਹੜਾ ਮਾੜਾ, ਰਾਈਟ ਵੇ। ਉਸੇ ਵਕਤ ਹੀ ਉਸ ਵੇਲੇ ਉਹ ਫਿਲਟਰ ਕਰ ਦਿੰਦਾ ਹੈ ਕਿ ਕਿਹੜਾ ਕੰਮ ਚੰਗਾ, ਕਿਹੜਾ ਕੰਮ ਗਲਤ ਹੈਗਾ। ਹੁਣ ਉਹ ਫਿਲਟਰ ਕੀਤਾ ਹੋਇਆ ਤੱਤਵਾ ਉਹ ਮਨੁੱਖ ਦਾ ਜੀਵਨ ਦਾ ਸਹੀ ਮਾਨਿਆ 'ਚ ਆਉਣ ਵਾਲੇ ਆਦਰਸ਼ਕ ਜੀਵਨ ਲਈ ਇੱਕ ਲਾਹੇਵੰਦ ਗਿਆਨ ਹੈ। ਰਾਈਟ। ਤਾਂ ਉਹ ਜਿਹੜਾ ਚੀਜ਼ ਹੈ ਉਹਨੂੰ ਮੈਂ ਕਹਿੰਦਾ ਹਾਂ ਨਾ ਕਿ religion tells us what is wrong and what is right scientifically। ਜੀ। ਚੌਥਾ ਜਿਹੜਾ ਹੈਗਾ, ਧਰਮ ਸਾਨੂੰ ਦੱਸਦਾ ਕਿ ਮਨ, ਸਰੀਰ, ਆਤਮਾ ਤੇ ਪ੍ਰਮਾਤਮਾ ਦੇ ਵਿਚਕਾਰ ਸਾਡਾ ਕੀ ਰਿਸ਼ਤਾ ਹੈ। ਜੀ। ਹੁਣ ਜਦੋਂ ਤੋਂ ਅਸੀਂ ਇਹਨਾਂ ਚੌਂ ਚੀਜ਼ਾਂ ਨੂੰ ਲੈਂਦੇ ਆ ਤੇ ਸਾਡੀ ਸੋਚਣੀ ਬਦਲ ਜਾਂਦੀ ਹੈ। ਠੀਕ। ਜਿਹੜੀ ਪਹਿਲਾਂ ਬੇਸਿਕ ਸੀ। ਹੁਣ ਉਹ ਸੋਚਣੀ ਦੇ ਮੁਤਾਬਕ ਜਦੋਂ ਅਸੀਂ ਅੱਗੇ ਚੱਲਦੇ ਹਾਂ ਤੇ ਸਾਨੂੰ ਫਿਰ ਇਉਂ ਹੁੰਦਾ ਕਿ ਮੇਰੀ ਹਰ ਜ਼ਿੰਦਗੀ, ਹਰ ਘੜੀ, ਹਰ ਪਲ ਇਸ ਗਿਆਨ ਵਾਲਾ ਫੋਕਸ ਕਰਾਂ। ਠੀਕ। ਔਰ ਹੈਰਾਨੀ ਦੀ ਗੱਲ ਹੈ
ਕਿ ਜਦੋਂ ਤੁਸੀਂ ਫੋਕਸ ਕਰ ਲਓ, 72 ਸਾਲ ਦੀ ਮੇਰੀ ਉਮਰ ਹੋ ਗਈ ਹੈ, ਮੈਂ 10-11 ਸਾਲ ਤੋਂ ਇਸ ਪਾਸੇ ਫੋਕਸ ਕੀਤਾ ਤੇ ਮੈਂ ਇਸ ਸਤਹ ਤੱਕ ਪਹੁੰਚਿਆ। ਪਰ ਮੈਂ ਇੰਨਾ ਨੌਲੇਜੇਬਲ ਨਹੀਂ ਹੈਗਾ, ਮੈਂ ਕਿਤਾਬਾਂ ਨਹੀਂ ਬਹੁਤੀਆਂ ਪੜ੍ਹੀਆਂ, ਸਭ ਕੁਝ ਅੰਦਰੋਂ ਪੈਦਾ ਹੋਇਆ ਤੇ ਗੁਰਬਾਣੀ ਦੀ ਰਾਹੀਂ ਹੋਇਆ। ਅੱਛਾ, ਹੁਣ ਅਸੀਂ ਜਿਹੜਾ ਮੈਂ ਦੱਸਦਾ ਕਿ ਦ ਰੋਲ ਆਫ ਦ ਰਿਲੀਜਨ ਇਨ ਆਵਰ ਡੇਲੀ ਲਾਈਫ। ਜੀ ਦੇਖੋ, ਸਰਵੇ ਦੱਸਦਾ, ਇਹ ਸਰਚ ਵੀ ਦੱਸਦੀ ਆ ਕਿ ਜਿਹੜਾ ਆਮ ਮਨੁੱਖ ਹੈਗਾ ਉਹਨੂੰ 8 ਜ਼ਰੂਰੀ ਚੀਜ਼ਾਂ ਜ਼ਿੰਦਗੀ 'ਚ ਚਾਹੀਦੀਆਂ। ਓਕੇ। ਔਰ ਉਹ ਸਾਰੀ ਜ਼ਿੰਦਗੀ ਉਹਨਾਂ 8 ਚੀਜ਼ਾਂ ਨੂੰ ਪ੍ਰਾਪਤ ਕਰਨ ਲਈ ਜ਼ੋਰ ਲਾਉਂਦਾ। ਜੀ। ਉਹਨਾਂ ਵਿੱਚ ਪਹਿਲੀ ਚੀਜ਼ ਹੈਗੀ ਹੈ ਹੈਲਥ ਐਂਡ ਪ੍ਰੀਜ਼ਰਵੇਸ਼ਨ ਆਫ ਲਾਈਫ। ਜੀ। ਕਿ ਮੇਰੀ ਸਿਹਤ ਚੰਗੀ ਹੋਵੇ ਤੇ ਮੇਰੀ ਜ਼ਿੰਦਗੀ ਜਿਹੜੀ ਆ ਉਹ ਪ੍ਰੀਜ਼ਰਵ ਹੋਵੇ। ਠੀਕ। ਦੂਜੀ ਉਹ ਚਾਹੁੰਦਾ ਕਿ ਖੁਰਾਕ ਖਾਣੀ ਔਰ ਆਪਣੇ ਆਪ ਨੂੰ ਜਿਉਂਦਾ ਹੀ ਰੱਖਣਾ ਖੁਰਾਕ ਦੇ ਸਿਰ ਦੇ ਉੱਤੇ। ਠੀਕ। ਤੀਜਾ ਉਹ ਚਾਹੁੰਦਾ ਕਿ ਮੇਰੀ ਨੀਂਦ ਚੰਗੀ ਆਵੇ। ਚੌਥਾ ਚਾਹੁੰਦਾ ਕਿ ਮੇਰੇ ਕੋਲ ਧਨ ਹੋਵੇ ਜੀ ਤੇ ਉਸ ਧਨ ਦੇ ਨਾਲ ਮੈਂ ਵਸਤੂਆਂ ਦੀ ਵੀ ਖਰੀਦ ਕਰ ਸਕਾਂ ਜਿਹੜੀ ਮੈਨੂੰ ਚਾਹੀਦੀਆਂ। ਜੀ। ਪੰਜਵਾਂ ਚਾਹੁੰਦਾ ਹੈ ਕਿ ਸਭ ਤੋਂ ਵੱਡਾ ਮਨੁੱਖ ਨੂੰ ਫਿਕਰ ਹੈ ਕਿ ਮਰਨ ਤੋਂ ਬਾਅਦ ਮੇਰਾ ਕੀ ਹਾਲ ਹੋਏਗਾ। ਇਹਦੀ ਚਿੰਤਾ ਹਰ ਇੱਕ ਮਨੁੱਖ ਨੂੰ ਆ ਔਰ ਇਸ ਬੇਸ ਦੇ ਉੱਤੇ ਠੱਗਾਂ ਨੇ ਮਨੁੱਖਾਂ ਨੂੰ ਠੱਗਿਆ ਵੀ ਬੜਾ। ਰਾਈਟ। ਫਿਰ ਦੈਟ ਮੀਨਸ ਅ ਲਾਈਫ ਇਨ ਦਾ ਹੀਅਰ ਆਫਟਰ। ਪੰਜਵਾਂ ਹੈਗਾ ਸੈਕਚੁਅਲ ਗ੍ਰੈਟੀਫਿਕੇਸ਼ਨ, ਜੀ, ਕਾਮ ਵਾਸ਼ਨਾ ਦੀ ਪੂਰਤੀ। ਸੱਤਵਾਂ ਹਰ ਮਨੁੱਖ ਦੇ ਅੰਦਰ ਇਹ ਖਿਆਲ ਹੈ ਕਿ ਹਰ ਇੱਕ ਚਾਹੁੰਦਾ ਦ ਵੈਲ ਬੀਇੰਗ ਆਫ देयर चिल्ड्रन। ਰਾਈਟ। ਕਿ ਸਾਡੇ ਬੱਚੇ ਜਿਹੜੇ ਆ ਉਹ ਉਹਨਾਂ ਦੀ ਜ਼ਿੰਦਗੀ ਵਧੀਆ ਹੋਵੇ, ਇਹਦੇ ਫਿਕਰ ਵਿੱਚ ਵੀ ਹਰ ਕੋਈ ਬੈਠਾ। ਹੁਣ 8ਵਾਂ ਹੈਗਾ ਇਹ ਤੁਹਾਡੀ ਮਹੱਤਤਾ। ਮੈਂ ਚਾਹੁੰਦਾ ਕਿ ਲੋਕੀ ਮੇਰੀ ਵਾਵਾ ਕਰਨ। ਰਾਈਟ। ਮੈਂ ਚਾਹੁੰਦਾ ਮੇਰੀ ਵਾਈਫ ਜਿਹੜੀ ਵਾਵਾ ਕਰੇ ਫਾਰ ਕੇ ਫੀਲ ਆਫ ਇੰਪੋਰਟੈਂਸ, ਫੇਮ ਐਂਡ ਪਪੂਲੈਰਿਟੀ। ਜੀ। ਮੇਰਾ ਇੱਜ਼ਤਮਾਨ ਹੋਵੇ, ਇਹ ਹਰ ਕੋਈ ਬੰਦਾ ਚਾਹੁੰਦਾ ਹੈ। ਤੇ ਔਰਤ ਚਾਹੁੰਦੀ ਹੈ ਪਤੀ ਮੇਰੀ ਇੱਜ਼ਤ ਕਰੇ ਤੇ ਪਤੀ ਚਾਹੁੰਦਾ ਮੇਰੀ ਹੋਵੇ, ਬੱਚੇ ਕਹਿੰਦੇ ਸਾਡੀ ਹੋਵੇ। ਇਹ ਕੁਦਰਤੀ ਇੱਕ ਸੁਭਾਅ ਆ। ਜੀ। ਹੁਣ ਆਪਾਂ ਵੇਖਣਾ ਕਿ ਜਿਹੜਾ ਧਰਮ ਹੈ ਇਹ ਤੁਹਾਡੀਆਂ 8 ਚੀਜ਼ਾਂ ਵਿੱਚ ਕਿੰਨੀ ਕੁ ਮਦਦ ਕਰਦਾ ਹੈ। ਜੀ। ਦ ਸਪਿਰਿਚੁਅਲ ਸਾਇੰਸ ਰਿਲੀਜਨ ਹੈਲਪਸ ਦ ਹਿਊਮਨ ਬੀਇੰਗ ਟੂ ਫੁਲਫਿਲ ਆਲ ਹਿਸ ਡਿਜ਼ਾਇਰਸ। ਰਾਈਟ। ਜੋ ਮੰਗੇ ਠਾਕਰ ਆਪਣੇ ਤੇ ਸੋਈ ਦੇਵੇ। ਹੁਣ ਇਹ ਗਰੰਟੀ ਹੈ। ਜੀ। The thoughts by mistakes which come in the minds of the people that the religion can help us only after the death are totally wrong and misguiding us. Absolutely. On the other hand, the reality is that the religion whose real meaning is the science of soul, Ji. Practical way of life, which I explained you, Ji. And also tells us to create the relationship with our Creator. देखो एक ये भी पॉइंट आ कि धर्म सानू दसदा कि अपने रिलेशनशिप ਰੱਬੀ ਸ਼ਕਤੀ ਨਾਲ ਕਿਵੇਂ ਪੈਦਾ ਕਰਦੇ ਆ। ਜਿਸ ਤਰ੍ਹਾਂ ਬਿਜਲੀ ਨਾਲ ਤੁਸੀਂ ਕਰਦੇ ਹੋ, ਪਾਣੀ ਨਾਲ ਕਰਦੇ ਹੋ, ਅੱਗ ਨਾਲ ਕਰਦੇ ਹੋ, ਜਿਸ ਤਰ੍ਹਾਂ ਤੁਸੀਂ ਹਵਾ ਨਾਲ ਕਰਦੇ ਹੋ, ਦਰਖਤਾਂ ਨਾਲ ਕਰਦੇ ਹੋ, ਕੁਦਰਤ ਨਾਲ ਕਰਦੇ ਹੋ, ਪਸ਼ੂ ਪੰਛੀਆਂ ਨਾਲ ਕਰਦੇ ਹੋ। ਇਸੇ ਤਰੀਕੇ ਨਾਲ ਸਾਡਾ ਵੀ ਹਰ ਇੱਕ ਦਾ ਜੀ ਕਰਦਾ ਕਿ ਸਾਨੂੰ ਅਸੀਂ ਉਸ ਕ੍ਰੀਏਟਰ ਦੇ ਨਾਲ ਸਾਡਾ ਜੋੜੀਏ। ਧਰਮ ਜਿਹੜਾ ਨਾ, ਕਿਉਂਕਿ ਵਾਹਿਗੁਰੂ ਹੈਜ਼ ਕ੍ਰੀਏਟਡ ਦਾ ਕ੍ਰੀਏਟਿਵ ਫੋਰਸ ਇਨ ਆਵਰ ਮਾਈਂਡ। ਠੀਕ। ਸਾਡੇ ਅੰਦਰ ਵੀ ਕ੍ਰੀਏਟਿਵ ਫੋਰਸ ਆ ਬਿਕਾਜ਼ ਵੀ ਆਰ ਦਾ ਪਾਰਟ ਆਫ ਗॉड। ਰਾਈਟ। ਤੇ ਅਸੀਂ ਉਹ ਕ੍ਰੀਏਟਰ ਦੇ ਨਾਲ ਰਲ ਕੇ ਆਪਣੀ ਕ੍ਰੀਏਟਿਵ ਫੋਰਸ ਨੂੰ ਐਕਟੀਵੇਟ ਕਰਨਾ। ਜੀ। ਕੀ ਹੁੰਦਾ ਕਿ there is no other help available which is parallel to the religion. It helps us all the time in each field of life. Okay. ਧਰਮ ਸਾਡੇ ਹਰ ਫੀਲਡ ਵਿੱਚ ਕੰਮ ਸਾਡੀ ਮਦਦ ਕਰਦਾ। ਹੁਣ ਅੱਗੇ ਮੈਂ ਜਿਹੜਾ ਤੁਹਾਡੇ ਨਾਲ ਸਾਂਝ ਕਰਾਂਗਾ, as we need the exercise to keep our body healthy. ਠੀਕ। ਫਿਜ਼ੀਕਲ ਬੋਡੀ ਹੈ ਨਾ। ਤੇ ਅਸੀਂ ਫਿਰ ਫਿਜ਼ੀਕਲ ਡਿਊਟੀਆਂ ਕਰਨ ਵਾਸਤੇ ਅਸੀਂ ਰੋਜ਼ ਕਰਦੇ ਹਾਂ। ਅਸੀਂ ਇਸੇ ਤਰੀਕੇ ਨਾਲ ਸਾਨੂੰ ਮੈਂਟਲ ਐਕਸਰਸਾਈਜ਼ ਚਾਹੀਦੀ ਆ ਆਪਣੇ ਦਿਮਾਗ ਨੂੰ, ਮਨ ਨੂੰ ਤੰਦਰੁਸਤ ਰੱਖਣ ਲਈ। ਠੀਕ। ਵਾਹ। ਅੱਛਾ ਜੀ। ਫਿਰ ਹੈਗਾ they make us more able to be successful in our life. ਜੇ ਤੁਸੀਂ ਮੈਂਟਲੀ ਸਪਿਰਿਚੁਅਲੀ ਪ੍ਰੈਕਟਿਸ ਕਰੋਗੇ ਤੇ ਤੁਸੀਂ ਜ਼ਿਆਦਾ ਕਾਮਯਾਬ ਹੋਵੋਗੇ ਆਪਣੀ ਜ਼ਿੰਦਗੀ ਵਿੱਚ। The scientists have proved that a strong and healthy mind can play a better role to make your lives very successful than a strong and healthy body. Yeah, absolutely, no doubt. So even the strong and healthy mind
can keep your body strong and healthy without any exercise. ਜੀ ਜਿੰਨੇ ਮਨ ਦੀਆਂ ਬਿਮਾਰੀਆਂ ਐਸੇ ਇੰਨੀਆਂ ਲੱਗੀਆਂ ਨਾ ਸਾਨੂੰ, ਉਹਨੀਆਂ ਸਰੀਰ ਦੀਆਂ ਬਿਮਾਰੀਆਂ ਨਹੀਂ ਹੈਗੀਆਂ। ਠੀਕ ਤੇ ਇਸ ਕਰਕੇ ਸਾਨੂੰ if your mind is healthy you are healthy, if your mind is sick you are sick. ਸੋ ਹੁਣ ਇਹਦੇ ਵਿੱਚ ਆਪਾਂ ਹੁਣ ਕੱਲਾ ਪੁਆਇੰਟ ਲੈਣਾ ਹੈਗਾ ਜੀ ਕਿ ਕਿਸ ਤਰ੍ਹਾਂ ਸਾਡਾ ਧਰਮ ਜਿਹੜਾ ਸਾਨੂੰ ਤੰਦਰੁਸਤ ਰੱਖ ਸਕਦਾ। ਓਕੇ ਦੇਖੋ ਪਹਿਲਾ ਜਿਹੜਾ ਪੁਆਇੰਟ ਸੀਗਾ ਹੈਲਥ ਐਂਡ ਪ੍ਰੀਜ਼ਰਵੇਸ਼ਨ ਆਫ ਲਾਈਫ। ਜੀ The religion can connect our mind with the Almighty Vaheguru consciousness and makes us healthy and strong. By becoming one with God, ਰੱਬ ਨਾਲ ਇੱਕਮਿਕ ਹੋ ਕੇ ਜੀ। ਸਾਡਾ ਮਨ ਜਿਹੜਾ ਉਹ ਇੰਨੀ ਸ਼ਕਤੀਸ਼ਾਲੀ ਹੋ ਜਾਂਦਾ ਕਿ ਰੱਬ ਕੋਲੋਂ ਸਾਰੀ ਸ਼ਕਤੀ ਉਹ ਆਪਣੇ ਅੰਦਰ ਆਪਣੇ ਅੰਦਰ ਦਾਖਲ ਕਰ ਲੈਂਦਾ ਜੀ ਕਿਉਂਕਿ ਉਹ ਸੋਰਸ ਨਾਲ ਜੁੜ ਜਾਂਦਾ। ਓਕੇ and can prolong his life as much as he desires. ਇਹ ਇੱਕ ਵਿਗਿਆਨ ਹੈ ਕਿ ਸਾਡਾ ਧਰਮ ਇਹ ਕਹਿੰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਵਧਾ ਵੀ ਸਕਦੇ ਹਾਂ, ਆਪਣੀ ਜ਼ਿੰਦਗੀ ਨੂੰ ਘਟਾ ਵੀ ਸਕਦੇ ਹਾਂ। ਤੇ ਡਿਪੈਂਡ ਕਰਦਾ। If you wish to preserve your energy, you have to create the relationship with the universal power. ਹੁਣ ਇਸ ਰੱਬੀ ਸ਼ਕਤੀ ਨਾਲ ਜੁੜਨਾ ਹੀ ਸਾਡਾ ਧਰਮ ਹੈ, ਨਾ ਕਿ ਰਿਚੁਅਲ ਜਿਹੜੇ ਆ। The friend of a billionaire, ਜਿਹੜਾ ਕਰੋੜਪਤੀ ਤੁਹਾਡਾ ਦੋਸਤ ਹੋਵੇ, ਤੁਸੀਂ ਕਦੀ ਗਰੀਬ ਨਹੀਂ ਹੋਵੋਗੇ ਜੇ ਤੁਹਾਡੀ ਦੋਸਤੀ ਅਮੀਰ ਨਾਲ ਹੈਗੀ। ਠੀਕ The person who creates a relationship with the universal power can keep himself healthy and prolong its life as much as he desires. right It is up to his own choice. The life can be retained in our possession ਜੀ for the indefinite period on this earth. If the human being want to learn once for all that he can prolong his life on this earth in youth, in ਜਵਾਨ ਰਹੀਏ, ਤਕੜੇ ਰਹੀਏ, ਬੁੱਢੇ ਹੋਏ ਵੀ ਜਵਾਨ ਰਹੀਏ, in which days and years are not counted, he can pass from one joy to another joy. So ਇਸ ਤੋਂ ਕੀ ਹੈਗਾ, from one triumph to another as easy as breathing air. ਰਾਈਟ ਇਸ ਤਰ੍ਹਾਂ ਅਸੀਂ ਬੜੇ ਸੌਖੇ ਰਹਿ ਸਕਦੇ ਹਾਂ ਜੇ ਅਸੀਂ ਰੱਬ ਨਾਲ ਜੁੜ ਜਾਈਏ। ਬਿਲਕੁਲ ਇਹ ਤਾਂ ਹੈ ਸਾਡਾ ਪਹਿਲਾ ਹੈਲਥ ਐਂਡ ਇਟਸ ਪ੍ਰੀਜ਼ਰਵੇਸ਼ਨ। ਐਬਸੋਲੂਟਲੀ। ਸੋ ਇਸ ਨੂੰ ਅਸੀਂ ਅਗਲੇ ਵਾਰੇ ਐਪੀਸੋਡ ਵਿੱਚ ਜਿਹੜੇ ਅਗਲੇ ਪੁਆਇੰਟਸ ਇਹਨਾਂ ਨੂੰ ਕਵਰ ਕਰਾਂਗੇ, ਕਿਉਂਕਿ ਅੱਜ ਅਸੀਂ ਧਰਮ ਨੂੰ ਸੈਗਰੀਗੇਟ ਕਰ ਦਿੱਤਾ ਜੋ ਸਾਡੀ ਰੋਜ਼ਮਰਾ ਜ਼ਿੰਦਗੀ ਹੈਗੀ। ਜੀ ਜਿਸ ਤਰ੍ਹਾਂ ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਅੱਜ ਕਰਮ ਕਾਂਡਾਂ ਦੇ ਵਿੱਚ ਪੈ ਕੇ ਅਸੀਂ ਸਮਝਦੇ ਕਿ ਕੁਝ ਕੀਤੇ ਤੇ ਸਾਡਾ ਜਿਹੜੀ ਰਿਲੀਜੀਅਸ ਆਬਲੀਗੇਸ਼ਨ ਜਾਂ ਡਿਊਟੀ ਉਹ ਖਤਮ ਹੋ ਗਈ, ਜਦ ਕਿ ਹਰ ਇੱਕ ਜੀਵਨ ਦੇ ਅੰਗ ਵਿੱਚ ਜਦੋਂ ਅਸੀਂ ਧਰਮ ਨੂੰ ਸਮਝ ਜਾਵਾਂਗੇ ਤਾਂ ਉਸ ਦੇ ਉੱਤੇ ਤੁਰਾਂਗੇ, ਉਸ ਦੇ ਉੱਤੇ ਚੱਲਾਂਗੇ ਤਾਂ ਉਸ ਦਾ ਆਨੰਦ ਹੀ ਵੱਖਰਾ ਹੋਏਗਾ। ਜੀ ਜੀ ਬਹੁਤ ਖੂਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਆ ਕੇ ਸਾਂਝ ਪਾਉਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਜੋ ਗਿਆਨੀ ਜੀ ਨੇ ਸਾਡੇ ਨਾਲ ਸਾਂਝ ਪਾਈ ਹੈ ਜੀ, ਰੋਲ ਆਫ ਰਿਲੀਜਨ ਇਨ ਆਰ ਡੇਲੀ ਲਾਈਫ, ਇਸ ਦੀ ਬੜੀ ਮਹੱਤਤਾ ਹੈ ਕਿ ਅਸੀਂ ਸੈਗਰੀਗੇਟ ਨਾ ਕਰ ਦਈਏ ਧਰਮ ਨੂੰ ਆਪਣੇ ਰੋਜ਼ਮਰਾ ਜ਼ਿੰਦਗੀ ਦੇ ਨਾਲ। ਸੇਧ ਲਈਏ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਲਿਖਿਆ ਗਿਆ ਹੈ, ਦੱਸਿਆ ਗਿਆ ਹੈ, ਕਿਉਂਕਿ ਉਹੀ ਚੀਜ਼ਾਂ ਨੂੰ ਜੇਕਰ ਅਸੀਂ ਮੂਲ ਮੰਤਰ ਦੀ ਜਿਸ ਤਰ੍ਹਾਂ ਗੱਲ ਹੁੰਦੀ ਹੈ ਤਾਂ ਉਸ ਦੇ ਵਿੱਚ ਜੇ ਕਿ ਕਿਹਾ ਨਿਰਭਉ ਨਿਰਵੈਰ, ਤਾਂ ਕੀ ਅਸੀਂ ਉਸ ਨਿਰਵੈਰਤਾ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰ ਰਹੇ ਹਾਂ? ਕੀ ਅਸੀਂ ਨਿਰਭੈ ਹੋ ਰਹੇ ਹਾਂ? ਅੱਜ ਤਾਂ ਇਹ ਹੋ ਗਿਆ ਕਿ ਅਸੀਂ ਗੱਲਾਂ ਤਾਂ ਨਿਰਭਉ ਦੀਆਂ ਕਰਦੇ ਹਾਂ, ਪਰ ਅੱਜ ਬਿੱਲੀ ਰਸਤਾ ਕੱਟ ਜਾਏ ਤਾਂ ਅਸੀਂ ਆਪਣੇ ਰਸਤੇ ਬਦਲ ਲੈਂਦੇ ਹਾਂ। ਇਸ ਕਰਕੇ ਸਾਨੂੰ ਜੋ ਗੁਰੂ ਦਾ ਸਿਧਾਂਤ ਹੈ ਸਿਰਫ ਸੁਣਨ ਤੱਕ ਹੀ ਸੀਮਤ ਨਾ ਕਰੀਏ, ਉਸ ਨੂੰ ਆਪਣੇ ਰੋਜ਼ਮਰੇ ਅਮਲੇ 'ਚ ਜੀਵਨ ਵਿੱਚ ਲਿਆਈਏ ਤਾਂ ਕਿ ਉਸ ਦੇ ਉੱਤੇ ਅਸੀਂ ਤੁਰ ਸਕੀਏ। ਸੋ ਪ੍ਰੋਗਰਾਮ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਲੈਣੇ ਜੀ। ਬ੍ਰੇਕ ਤੋਂ ਬਾਅਦ ਵਾਪਸ ਆ ਕੇ ਤਨਾਇਸ ਟਰੂਥ ਟਾਕ ਔਨ ਦਾ ਹਰਪ੍ਰੀਤ ਸਿੰਘ ਸ਼ੋਅ ਵਿੱਚ ਤੁਹਾਨੂੰ ਸ਼ਾਮਿਲ ਕਰਾਂਗੇ ਮੁੜ ਤੋਂ ਇੱਕ ਬਹੁਤ ਮਹੱਤਵਪੂਰਨ ਵਿਸ਼ੇ ਦੇ ਵਿੱਚ। ਵੇਖਦੇ ਰਹੋ ਦਾ ਹਰਪ੍ਰੀਤ ਸਿੰਘ ਸ਼ੋਅ।